सत श्री अकाल जी। तुसीं वेख रहे हो पंजाब मेल USA TV। मैं हां संजीव यश खन्ना। तुहाडा सारिਆਂ ਦਾ स्वागत खबरां दे इस बुलेटिन दे विच। खबरां दे इस बुलेटिन दे स्पॉन्सर्स ने रियल एस्टेट ब्रोकर मोहन चीमा, रियल एस्टेट दी दुनिया दा मन्निया परमन्निया नां। सब तो पहलां चोणवीआं खबरां। भारत अमरीका दा सांझा बयान, पाक अतवाद विरुद्ध करे तुरंत स्थाई अटल कार्रवाई। अमरीका दे आयोवा च गोलीबारी, 2 लोकां दी मौत ते कई ਜ਼ਖਮੀ। ਕੈਨੇਡਾ ਅਤੇ ਜਾਪਾਨ ਨੇ ਰੂਸ ਤੇ ਲਗਾਈਆਂ ਨਵੀਆਂ ਪਾਬੰਦੀਆਂ। ਯੂਕੇ ਦਾ ਦਾਅਵਾ, ਯੂਕਰੇਨ ਵਿੱਚ ਰੂਸ ਕਰ ਸਕਦਾ ਹੈ ਫਾਸਟ ਫੋਰਸ ਹਥਿਆਰਾਂ ਦੀ ਵਰਤੋਂ। ਨਿਊਜ਼ੀਲੈਂਡ ਵਿੱਚ ਮੁੜ ਵਧਿਆ ਕਰੋਨਾ ਦਾ ਕਹਿਰ, 11,000 ਤੋਂ ਵਧੇਰੇ ਨਵੇਂ ਮਾਮਲੇ ਆਏ ਸਾਹਮਣੇ। ਹੁਣ ਖਬਰਾਂ ਦਾ ਵਿਸਥਾਰ। ਭਾਰਤ ਅਤੇ ਅਮਰੀਕਾ ਨੇ ਪਾਕਿਸਤਾਨ ਨੂੰ ਉਸ ਦੇ ਕੰਟਰੋਲ ਵਾਲੇ ਕਿਸੇ ਵੀ ਖੇਤਰ ਦੀ ਵਰਤੋਂ ਅੱਤਵਾਦੀ ਹਮਲਿਆਂ ਲਈ ਨਾ ਕੀਤੇ ਜਾਣਾ ਯਕੀਨੀ ਬਣਾਉਣ ਲਈ ਤੁਰੰਤ, ਨਿਰੰਤਰ ਅਤੇ ਅਟਲ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ 26/11 ਦੇ ਮੁੰਬਈ ਅੱਤਵਾਦੀ ਹਮਲੇ ਅਤੇ ਪਠਾਨਕੋਟ ਹਮਲੇ ਦੇ ਦੋਸ਼ੀਆਂ ਨੂੰ ਨਿਆਂ ਦੇ ਦਾਇਰੇ ਵਿੱਚ ਲਿਆਉਣ ਲਈ ਵੀ ਕਿਹਾ ਹੈ। ਭਾਰਤ ਦੇ ਵਿਦੇਸ਼ ਮੰਤਰੀ S. ਜੈਸ਼ੰਕਰ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਰੱਖਿਆ ਮੰਤਰੀ ਲੋਇਡ ਆਸਟਿਨ ਵਿਚਾਲੇ 2+2 ਮੰਤਰੀ ਪੱਧਰੀ ਗੱਲਬਾਤ ਤੋਂ ਬਾਅਦ ਇੱਕ ਸਾਂਝੇ ਬਿਆਨ ਵਿੱਚ ਪਾਕਿਸਤਾਨ ਨੂੰ ਇਹ ਕਦਮ ਚੁੱਕਣ ਦੀ ਮੰਗ ਕੀਤੀ ਗਈ। ਜੋ ਬਾਈਡਨ ਨੇ ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਸੋਮਵਾਰ ਨੂੰ ਦੋਵਾਂ ਦੇਸ਼ਾਂ ਦੇ ਮੰਤਰੀਆਂ ਨੇ ਪਹਿਲੀ 2+2 ਮੰਤਰੀ ਪੱਧਰੀ ਗੱਲਬਾਤ ਕੀਤੀ। ਦੋਵਾਂ ਦੇਸ਼ਾਂ ਦਾ ਇਹ ਸਾਂਝਾ ਬਿਆਨ ਸ਼ਹਬਾਜ਼ ਸ਼ਰੀਫ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਇੱਕ ਦਿਨ ਬਾਅਦ ਆਇਆ ਹੈ। ਸੰਯੁਕਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੰਤਰੀਆਂ ਨੇ ਪਾਕਿਸਤਾਨ ਨੂੰ ਇਹ ਯਕੀਨੀ ਬਣਾਉਣ ਲਈ ਤੁਰੰਤ, ਨਿਰੰਤਰ ਅਤੇ ਅਟਲ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਕਿ ਉਸ ਦੇ ਕੰਟਰੋਲ ਅਧੀਨ ਕਿਸੇ ਵੀ ਖੇਤਰ ਦੀ ਵਰਤੋਂ ਅੱਤਵਾਦੀ ਹਮਲਿਆਂ ਲਈ ਨਾ ਕੀਤੀ ਜਾਵੇ। ਬਿਆਨ ਮੁਤਾਬਿਕ ਮੰਤਰੀਆਂ ਨੇ ਅੱਤਵਾਦੀ ਸੰਗਠਨਾਂ ਅਤੇ ਉਹਨਾਂ ਨਾਲ ਜੁੜੇ ਲੋਕਾਂ ਖਿਲਾਫ ਪਾਬੰਦੀਆਂ ਲਗਾਉਣ, ਹਿੰਸਕ ਕੱਟੜਪੰਥ ਦਾ ਮੁਕਾਬਲਾ ਕਰਨ, ਅੱਤਵਾਦ, ਅੱਤਵਾਦੀਆਂ ਨੂੰ ਨਾਮਜ਼ਦ ਕਰਨ, ਅੱਤਵਾਦੀ ਕਾਰਵਾਈਆਂ ਲਈ ਇੰਟਰਨੈਟ ਦੀ ਵਰਤੋਂ ਕਰਨ ਅਤੇ ਸਰਹੱਦ ਪਾਰ ਅੱਤਵਾਦ ਤੇ ਜਾਣਕਾਰੀ ਦੇ ਆਦਾਨ ਪ੍ਰਦਾਨ ਨੂੰ ਜਾਰੀ ਰੱਖਣ ਲਈ ਵਚਨਬੱਧਤਾ ਜਤਾਈ। ਬਿਆਨ ਵਿੱਚ ਕਿਹਾ ਗਿਆ ਕਿ ਮੰਤਰੀਆਂ ਨੇ ਵਿੱਤੀ ਐਕਸ਼ਨ ਟਾਸਕ ਫੋਰਸ FATF ਦੀਆਂ ਸਿਫਾਰਸ਼ਾਂ ਦੇ ਅਨੁਸਾਰ ਮਨੀ ਲਾਂਡਰਿੰਗ ਵਿਰੋਧੀ ਅਤੇ ਸਾਰੇ ਦੇਸ਼ਾਂ ਤੋਂ ਅੱਤਵਾਦ ਦੇ ਵਿੱਤ ਪੋਸ਼ਣ ਦਾ ਮੁਕਾਬਲਾ ਕਰਨ ਲਈ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਬਣਾਈ ਰੱਖਣ ਦੀ ਮਹੱਤਤਾ ਤੇ ਜ਼ੋਰ ਦਿੱਤਾ ਹੈ। ਭਾਰਤ ਅਤੇ ਅਮਰੀਕਾ ਨੇ ਹਰ ਤਰ੍ਹਾਂ ਦੇ ਅੱਤਵਾਦ ਅਤੇ ਸਰਹੱਦ ਪਾਰ ਅੱਤਵਾਦ ਦੀ ਵਰਤੋਂ ਦੀ ਸਖਤ ਨਿੰਦਾ ਕੀਤੀ ਅਤੇ 26/11 ਦੇ ਮੁੰਬਈ ਅੱਤਵਾਦੀ ਹਮਲੇ ਅਤੇ ਪਠਾਨਕੋਟ ਹਮਲੇ ਦੇ ਦੋਸ਼ੀਆਂ ਨੂੰ ਨਿਆਂ ਦੇ ਦਾਇਰੇ ਵਿੱਚ ਲਿਆਉਣ ਦਾ ਸੱਦਾ ਦਿੱਤਾ। ਅਮਰੀਕਾ ਦੇ ਆਇਓਵਾ ਸੂਬੇ ਦੇ ਇੱਕ ਨਾਈਟ ਕਲੱਬ ਵਿੱਚ ਹੋਈ ਗੋਲੀਬਾਰੀ ਵਿੱਚ 2 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਇਹ ਰਿਪੋਰਟ ਦਿੱਤੀ। ਸਥਾਨਕ ਮੀਡੀਆ ਸਟੇਸ਼ਨ WHO13 ਨੇ ਪੁਲਿਸ ਦੇ ਹਵਾਲੇ ਨਾਲ ਕਿਹਾ ਕਿ ਡਾਊਨਟਾਊਨ ਸੀਡਰ ਰੈਪਿਡਸ ਦੇ ਤੱਬੂ ਨਾਈਟ ਕਲੱਬ ਅਤੇ ਲਾਉਂਜ ਵਿੱਚ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ 1:27 ਤੇ ਗੋਲੀਬਾਰੀ ਦੀ ਘਟਨਾ ਵਾਪਰੀ। ਪੁਲਿਸ ਮੁਤਾਬਿਕ ਇਸ ਘਟਨਾ ਵਿੱਚ 2 ਲੋਕਾਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਜਦਕਿ 10 ਹੋਰ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਗਿਆ। ਮੀਡੀਆ ਮੁਤਾਬਿਕ ਪੁਲਿਸ ਨੇ ਅਜੇ ਤੱਕ ਸ਼ੱਕੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ ਨਾ ਹੀ ਇਸ ਮਾਮਲੇ ਵਿੱਚ ਕਿਸੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕੈਨੇਡਾ ਅਤੇ ਜਾਪਾਨ ਨੇ ਰੂਸ ਖਿਲਾਫ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਐਲਾਨ ਕੀਤਾ ਕਿ ਕੈਨੇਡਾ ਰੂਸੀ ਰੱਖਿਆ ਖੇਤਰ ਤੇ ਨਵੀਆਂ ਪਾਬੰਦੀਆਂ ਲਗਾ ਰਿਹਾ ਹੈ। ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਵੱਲੋਂ ਜਾਰੀ ਇੱਕ ਨਿਊਜ਼ ਰਿਲੀਜ਼ ਮੁਤਾਬਿਕ ਇਹਨਾਂ ਨਵੇਂ ਉਪਾਵਾਂ ਨਾਲ ਰੂਸੀ ਰੱਖਿਆ ਖੇਤਰ ਦੀਆਂ 33 ਇਕਾਈਆਂ ਤੇ ਪਾਬੰਦੀਆਂ ਲਗਾਈਆਂ ਜਾਣਗੀਆਂ। ਨਿਊਜ਼ ਰਿਲੀਜ਼ ਵਿੱਚ ਕਿਹਾ ਗਿਆ ਕਿ ਇਹਨਾਂ ਸੰਸਥਾਵਾਂ ਨੇ ਰੂਸੀ ਫੌਜ ਨੂੰ ਅਸਿੱਧੇ ਜਾਂ ਸਿੱਧੇ ਤੌਰ ਤੇ ਸਹਾਇਤਾ ਪ੍ਰਦਾਨ ਕੀਤੀ ਹੈ। 24 ਫਰਵਰੀ ਤੋਂ ਜਦੋਂ ਰੂਸ ਯੂਕਰੇਨ ਸੰਘਰਸ਼ ਸ਼ੁਰੂ ਹੋਇਆ ਤਾਂ ਕੈਨੇਡਾ ਨੇ ਰੂਸ, ਯੂਕਰੇਨ ਅਤੇ ਬੈਲਾਰੂਸ ਦੇ 700 ਤੋਂ ਵੱਧ ਵਿਅਕਤੀਆਂ ਅਤੇ ਸੰਸਥਾਵਾਂ ਤੇ ਪਾਬੰਦੀਆਂ ਲਗਾਈਆਂ। ਰਿਲੀਜ਼ ਵਿੱਚ ਕਿਹਾ ਗਿਆ ਕਿ ਕੈਨੇਡਾ ਦੀਆਂ ਤਾਜ਼ਾ ਪਾਬੰਦੀਆਂ ਸੂਚੀਬੱਧ ਸੰਸਥਾਵਾਂ ਤੇ ਸੰਪत्ति ਫਰੀਜ਼ ਅਤੇ ਪਾਬੰਦੀਆਂ ਲਗਾਉਣਗੀਆਂ। ਜਾਪਾਨ ਨੇ ਯੂਕਰੇਨ ਤੇ ਹਮਲੇ ਦੇ ਮੱਦੇਨਜ਼ਰ 398 ਰੂਸੀ ਲੋਕਾਂ ਅਤੇ 28 ਸੰਗਠਨਾਂ ਤੇ ਵਾਧੂ ਪਾਬੰਦੀਆਂ ਲਗਾਈਆਂ ਨੇ। ਜਾਪਾਨ ਦੇ ਵਿਦੇਸ਼ ਮੰਤਰਾਲੇ ਨੇ ਇੱਥੇ ਜਾਰੀ ਬਿਆਨ ਵਿੱਚ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਦੀ ਜਾਇਦਾਦ ਜ਼ਬਤ ਕੀਤੀ ਜਾਵੇਗੀ ਉਹਨਾਂ 'ਚ ਰੂਸ ਦੇ ਡੂਮਾ ਸੂਬੇ ਦੇ ਮੈਂਬਰ ਵੈਲੇਰੀ ਰਸਕਿਨ, ਵੈਸੀਲੀ ਪਿਸਕਾਰੇਵ, ਪਿਓਤਰ ਟੋਲਸਟੋਏ, ਲਿਓਨਿਡ ਸਲੂਟਸਕੀ, ਐਰੀਨਾ ਯਾਰੋਵਾਇਆ ਅਤੇ ਹੋਰ
शामिल ने। ਬਿਆਨ ਵਿੱਚ ਕਿਹਾ ਗਿਆ ਕਿ ਫੌਜੀ ਕਰਮਚਾਰੀਆਂ ਤੋਂ ਇਲਾਵਾ ਜਲ ਸੈਨਾ ਦੇ ਕਮਾਂਡਰ ਇਨ ਚੀਫ ਨਿਕੋਲਾਈ येवमोनोव, जल सेना के पहले डिप्टी कमांडर इन चीफ व्लादिमीर कासाटोनोव, रूसी फौज के कमांडर इन चीफ ओलेग सल्यूकोव ਅਤੇ ਹੋਰਾਂ ਤੇ ਪਾਬੰਦੀ ਲਗਾਈ ਜਾਵੇਗੀ। ਬ੍ਰਿਟੇਨ ਨੇ ਸੋਮਵਾਰ ਨੂੰ ਕਿਹਾ ਕਿ ਰੂਸ ਵੱਲੋਂ ਯੂਕਰੇਨ ਦੇ ਮਾਰੀਓਪੋਲ ਵਿੱਚ ਫਾਸਫੋਰਸ ਫੌਜੀ ਹਥਿਆਰਾਂ ਦੀ ਵਰਤੋਂ ਕਰਨ ਦੀ ਸੰਭਾਵਨਾ ਵੱਧ ਗਈ ਹੈ ਕਿਉਂਕਿ ਸ਼ਹਿਰ ਤੇ ਕਬਜ਼ੇ ਲਈ ਲੜਾਈ ਵੱਧ ਗਈ ਹੈ। ਯੂਕੇ ਦੇ ਰੱਖਿਆ ਮੰਤਰਾਲੇ ਨੇ ਟਵੀਟ ਕੀਤਾ ਕਿ ਰੂਸੀ ਬਲਾਂ ਵੱਲੋਂ ਮਾਰੀਓਪੋਲ ਖੇਤਰ ਵਿੱਚ ਫਾਸਫੋਰਸ ਬੰਬਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਕਿਉਂਕਿ ਉਹ ਪਹਿਲਾਂ ਹੀ ਡੋਨੇਟਸਕ ਇਲਾਕੇ ਵਿੱਚ ਅਜਿਹੇ ਹਥਿਆਰਾਂ ਦੀ ਵਰਤੋਂ ਕਰ ਚੁੱਕੇ ਨੇ। ਮੰਤਰਾਲੇ ਨੇ ਟਵੀਟ ਕੀਤਾ ਕਿ ਰੂਸੀ ਬਲਾਂ ਨੇ ਜਿਸ ਤਰ੍ਹਾਂ ਫਾਸਫੋਰਸ ਵਾਲੇ ਗੋਲਾ ਬਾਰੂਦ ਦੀ ਵਰਤੋਂ ਪਹਿਲਾਂ ਡੋਨੇਟਸਕ ओबलास्ट विच कीती सी, उस नूं देखते हुए भविख विच ओ मारियोपोल शहर विच भी इस दी वरतों कर सकती है जिथे लड़ाई तेज़ होंदी जा रही है। इस तो पहला हमले का जवाब देंदे यूक्रेनी बलों ने रूसी टैंक, वाहन और तोपखाने के उपकरण तबाह कर दिते। ब्रिटेन के मंत्रालय ने कहा कि हमले दौरान रूस द्वारा अणगिणत बंबां की वरतों कारण यूक्रेन के नागरिकों की वड्डी गिणती विच मौत होने का डर है। यूक्रेन के राष्ट्रपति व्लादिमीर जेलेंस्की ने मार्च विच रूसी सैनिकों ते फास्फोर्स बंबां की वरतों करन दा दोष लगाया सी। दोवां देशां विचाले 24 फरवरी तो टकराव चल रहा है। एक NBC न्यूज़ अनुवाद अनुसार यूरोप एक युद्ध विचों लंघ रहा है जिसका हर दिन रूसी सैनिकों के युद्ध अपराधां नाल भरिया होया है। उन्हां मुताबिक अज सवेरे मैनू सूचना मिली कि रूसी सैनिकों ने यूक्रेन विच नागरिकों विरुद्ध फास्फोर्स बंबां की वरतों की है। ब्रिटेन के मंत्रालय ने कहा कि गैर गाइडेड बंबां ते रूस की निर्भरता ने निशाना बनाउण अते हमले करन दी समर्था नूं घटा दिता है अते इस नाल नागरिकों की मौत का खतरा वध गया है। इस तो पहला मंत्रालय ने कहा सी कि उत्तरी यूक्रेन तो इस दी वापसी तो बाद कथित रूसी युद्धां अपराधों के होर सबूत सामने आने की संभावना है जिस विच एक सामूहिक कबर की रिपोर्ट की गई खोज भी शामिल है। इस विच कहा गया है कि उत्तरी यूक्रेन तो रूसी वापसी तो बाद कथित रूसी युद्ध अपराधों के होर सबूत सामने आ रहे हैं। इस विच बुरजोवा नेड़े मृतक यूक्रेनी नागरिकों वाली एक अस्थाई कबर की रिपोर्ट की गई खोज शामिल है। रूसी फौजी कर्मचारियों द्वारा की गई जिनसी हिंसा के दोष जारी ने। दोवां देशों विचाले चल रहा संघर्ष 24 फरवरी ਨੂੰ शुरू होया ਜਦੋਂ रूस ने यूक्रेन ते पूरे पैमाने ते हमला किया। न्यूजीलैंड विच कोविड-19 का कहर जारी है। देश विच 11,063 नवे भाईचारक मामले दर्ज किए गए ने। सेहत मंत्रालय ने मंगलवार को एक बयान में यह जानकारी दी। मंत्रालय ने अगे कहा कि नवे कम्यूनिटी इन्फैक्शनों विचों सब तो वड्डे शहर ऑकलैंड विच 1984 की रिपोर्ट की गई। समाचार एजेंसी शिनहुआ की रिपोर्ट मुताबिक इस तो इलावा न्यूजीलैंड की सरहद से कोविड-19 के 47 नवे मामले सामने आए ने। वर्तमान विच न्यूजीलैंड के हस्पतालों में 622 कोविड-19 मरीज इलाज अधीन ने जिन्हां विच इंटेंसिव केयर यूनिटां जां उच्च निर्भरता यूनिटां विच 23 लोग शामिल ने। मंत्रालय ने कोविड-19 तो 16 होर मौतों की भी रिपोर्ट की है। न्यूजीलैंड विच महामारी की शुरुआत तो लैके हुण तक कोविड-19 के 7,84,285 पुष्टि किए केस सामने आए ने। न्यूजीलैंड इस समय अपने कोविड-19 प्रोटैक्शन फ्रेमवर्क के तहत सब तो उच्चे रेड सेटिंग ते है जिस दौरान अंदरूनी इकट्ठ 200 लोगों तक सीमित ने। बाहरी इकट्ठा लई कोई सीमा नहीं है। प्रधानमंत्री जैसिंडा आर्डन ने कहा कि न्यूजीलैंड रूस के हमले तो बाद यूक्रेन की मदद को महत्वपूर्ण हुलारा देने लई एक फौजी ट्रांसपोर्ट जहाज़ और 5 व्यक्तियों की सहायता टीम यूरोप भेजेगा और नाल ही हथियार खरीदने लई ब्रिटेन नूं पैसा भी देवेगा। आर्डन ने सोमवार को कहा कि C-130 हरकुलिस जहाज़ जरूरी उपकरणों और सप्लाई लई यूरोप का दौरा करेगा। उन्होंने कहा कि जहाज़ सीधे यूक्रेन नहीं जाएगा क्योंकि फौज के ज़्यादातर साजो समान नूं ज़मीनी रस्ते तो देश पहुँचाया जाता है। आर्डन ने कहा कि उन्होंने सरकार फौजी और मनुखी अधिकारों के सहयोग से वाधू 13 मिलियन न्यूजीलैंड डॉलर $9 मिलियन खर्च करेगी जिस विच हथियार और गोला बारूद खरीदने लई ब्रिटेन नूं 7.5 मिलियन न्यूजीलैंड डॉलर का भुगतान भी शामिल है। उन्होंने दस्सिया कि इस काम लई 67 व्यक्ति तैनात किए गए हैं। हुण तक यूक्रेन की मदद लई न्यूजीलैंड का कुल योगदान 30 मिलियन न्यूजीलैंड डॉलर $20 मिलियन तक पहुँच गया है। हुण फिनलैंड और स्वीडन भी उस रास्ते ते चलते नज़र आ रहे हैं।
ਜਿਸ ਨੂੰ ਲੈ ਕੇ ਯੂਕਰੇਨ ਅਤੇ ਰੂਸ ਵਿਚਾਲੇ ਇੰਨੀ ਵੱਡੀ ਜੰਗ ਛਿੜੀ ਹੋਈ ਹੈ। ਇਹੀ ਕਾਰਨ ਹੈ ਕਿ ਮਾਸਕੋ ਨੇ ਇਹਨਾਂ ਦੋਹਾਂ ਦੇਸ਼ਾਂ ਨੂੰ ਖੁੱਲ੍ਹੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਜਿਹਾ ਹੋਇਆ ਤਾਂ ਨਤੀਜਾ ਸਹੀ ਨਹੀਂ ਨਿਕਲੇਗਾ। ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਦਾ ਕਹਿਣਾ ਹੈ ਕਿ ਫਿਨਲੈਂਡ ਅਤੇ ਸਵੀਡਨ ਦਾ ਇਹ ਫੈਸਲਾ ਯੂਰਪ ਵਿੱਚ ਅਸਥਿਰਤਾ ਲਿਆ ਸਕਦਾ ਹੈ। ਰੂਸ ਨੇ ਸਪਸ਼ਟ ਕਿਹਾ ਕਿ ਇਹਨਾਂ ਦੋਵਾਂ ਦਾ ਇਹ ਫੈਸਲਾ ਉਹਨਾਂ ਨੂੰ ਟਕਰਾਅ ਦੇ ਰਾਹ ਤੇ ਲਿਆ ਸਕਦਾ ਹੈ। ਰੂਸ ਵੱਲੋਂ ਇਹ ਬਿਆਨ ਅਜਿਹੇ ਸਮੇਂ ਵਿੱਚ ਦਿੱਤਾ ਗਿਆ ਜਦੋਂ ਅਮਰੀਕਾ ਨੇ ਯੂਕਰੇਨ ਤੇ ਰੂਸ ਦੇ ਹਮਲੇ ਨੂੰ ਵੱਡੀ ਰਣਨੀਤਿਕ ਗਲਤੀ ਕਰਾਰ ਦਿੱਤਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਰੂਸ ਦੀ ਇਸ ਗਲਤੀ ਨੇ ਨਾਟੋ ਦੇ ਵਿਸਥਾਰ ਨੂੰ ਮੌਕਾ ਦਿੱਤਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਸ ਸਾਲ ਜੂਨ ਵਿੱਚ ਮੈਡਰਿਡ ਵਿੱਚ ਨਾਟੋ ਦੀ ਇੱਕ ਕਾਨਫਰੰਸ ਹੋਣੀ ਹੈ। ਇਸ ਕਾਨਫਰੰਸ ਤੋਂ ਪਹਿਲਾਂ ਹੀ ਨਾਟੋ ਮੁਖੀ ਸਟੋਲਟਨਬਰਗ ਦੇ ਇੱਕ ਬਿਆਨ ਨੇ ਸਿਆਸੀ ਅਤੇ ਰਣਨੀਤਿਕ ਪੱਧਰ ਤੇ ਫਿਰ ਤੋਂ ਪਾਰਾ ਉੱਚਾ ਕਰ ਦਿੱਤਾ ਹੈ। ਸਟੋਲਟਨਬਰਗ ਦਾ ਕਹਿਣਾ ਹੈ ਕਿ ਜੇਕਰ ਇਹ ਦੋਵੇਂ ਦੇਸ਼ ਨਾਟੋ 'ਚ ਸ਼ਾਮਿਲ ਹੋ ਜਾਣ ਤਾਂ ਅਜਿਹਾ ਸੰਭਵ ਹੋ ਸਕਦਾ ਹੈ। ਉਹਨਾਂ ਮੁਤਾਬਿਕ ਜੇ ਉਹ ਇਹ ਚਾਹੁੰਦੇ ਨੇ ਤਾਂ ਇਸ ਦੀ ਪ੍ਰਕਿਰਿਆ ਵੀ ਜਲਦੀ ਪੂਰੀ ਹੋ ਸਕਦੀ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਨਾਟੋ ਨੇ ਇਸ ਬਿਆਨ ਤੇ ਦੋਵੇਂ ਦੇਸ਼ ਜਲਦ ਹੀ ਕੋਈ ਫੈਸਲਾ ਲੈ ਸਕਦੇ ਨੇ। ਗੌਰਤਲਬ ਹੈ ਕਿ ਯੂਕਰੇਨ ਅਤੇ ਰੂਸ ਵਿਚਾਲੇ ਜੰਗ ਦਾ ਸਭ ਤੋਂ ਵੱਡਾ ਕਾਰਨ ਨਾਟੋ ਬਣਿਆ। ਇਹ ਜੰਗ ਦੂਜੇ ਮਹੀਨੇ ਵੀ ਜਾਰੀ ਹੈ ਅਤੇ ਇਸ ਕਾਰਨ 40 ਲੱਖ ਤੋਂ ਵੱਧ ਲੋਕ ਸ਼ਰਨਾਰਥੀ ਬਣ ਕੇ ਰਹਿਣ ਲਈ ਮਜਬੂਰ ਹੋ ਰਹੇ ਨੇ। ਇਸ ਦੇ ਨਾਲ ਹੀ ਇਸ ਜੰਗ ਦਾ ਅਸਰ ਸਿਰਫ ਇੱਥੇ ਤੱਕ ਹੀ ਸੀਮਿਤ ਨਹੀਂ ਰਿਹਾ, ਸਗੋਂ ਇਸ ਕਾਰਨ ਦੁਨੀਆ ਭਰ ਵਿੱਚ ਤੇਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਉਛਾਲ ਆਇਆ ਹੈ। ਇਸ ਤੋਂ ਇਲਾਵਾ ਯੂਕਰੇਨ ਦੇ ਗੁਆਂਢੀ ਮੁਲਕਾਂ ਵਿੱਚ ਵੀ ਖਾਣ ਪੀਣ ਦੀਆਂ ਵਸਤੂਆਂ ਦੀ ਕਮੀ ਹੋ ਗਈ ਹੈ। ਅਜਿਹੇ ਵਿੱਚ ਜੇਕਰ ਫਿਨਲੈਂਡ ਅਤੇ ਸਵੀਡਨ ਨਾਟੋ ਦੀ ਮੈਂਬਰਸ਼ਿਪ ਨੂੰ ਲੈ ਕੇ ਹੋਰ ਕਦਮ ਚੁੱਕਦੇ ਨੇ ਤਾਂ ਰੂਸ ਉਹਨਾਂ ਨਾਲ ਵੀ ਅਜਿਹਾ ਹੀ ਸਲੂਕ ਕਰ ਸਕਦਾ ਹੈ ਜੋ ਉਸਨੇ ਯੂਕਰੇਨ ਨਾਲ ਕੀਤਾ ਹੈ। ਹਾਲਾਂਕਿ ਹੁਣ ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਉਹਨਾਂ ਨੇ ਨਾਟੋ ਦੀ ਮੈਂਬਰਸ਼ਿਪ ਦੇ ਮੁੱਦੇ ਨੂੰ ਹਾਲੇ ਇੱਕ ਪਾਸੇ ਕਰ ਦਿੱਤਾ ਹੈ। ਉਹਨਾਂ ਦੇ ਇਸ ਬਿਆਨ ਦਾ ਮਤਲਬ ਸਾਫ਼ ਹੈ ਕਿ ਉਹ ਨਾਟੋ ਨਾਲ ਨਹੀਂ ਜਾ ਰਿਹਾ। ਇਸ ਦੇ ਬਾਵਜੂਦ ਰੂਸ ਵੱਲੋਂ ਛੇੜੀ ਗਈ ਜੰਗ ਅਜੇ ਖਤਮ ਨਹੀਂ ਹੋਈ। ਇਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਕਈ ਦੌਰ ਦੀ ਗੱਲਬਾਤ ਵੀ ਹੋ ਚੁੱਕੀ ਹੈ। ਗੌਰਤਲਬ ਹੈ ਕਿ ਸ਼ੀਤ ਯੁੱਧ ਦੇ ਬਾਅਦ ਤੋਂ ਫਿਨਲੈਂਡ ਅਤੇ ਸਵੀਡਨ ਨਿਰਪੱਖਤਾ ਦੀ ਨੀਤੀ ਅਪਣਾਏ ਹੋਏ ਨੇ। ਦੂਜੇ ਪਾਸੇ ਫਿਨਲੈਂਡ ਦੁਨੀਆ ਦਾ ਸਭ ਤੋਂ ਖੁਸ਼ਹਾਲ ਦੇਸ਼ ਹੈ। ਇਹ ਦੋਵੇਂ ਦੇਸ਼ 1995 ਵਿੱਚ ਯੂਰਪੀਅਨ ਯੂਨੀਅਨ ਵਿੱਚ ਸ਼ਾਮਿਲ ਹੋਏ ਸਨ। ਨਾਟੋ ਨੂੰ ਲੈ ਕੇ ਫਿਨਲੈਂਡ ਦੇ ਪ੍ਰਧਾਨ ਮੰਤਰੀ ਦਾ ਬਿਆਨ ਬਹੁਤ ਖਾਸ ਮੰਨਿਆ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਰੂਸ ਉਹਨਾਂ ਦੀ ਸੋਚ ਤੋਂ ਵੱਖ ਹੈ। ਬਦਲਦੇ ਸਮੇਂ ਵਿੱਚ ਰੂਸ ਨਾਲ ਵੀ ਸੰਬੰਧ ਬਦਲ ਰਹੇ ਨੇ ਅਤੇ ਉਮੀਦ ਨਹੀਂ ਹੈ ਕਿ ਉਹ ਪਹਿਲਾਂ ਵਾਂਗ ਹੀ ਰਹਿਣਗੇ। ਉਹਨਾਂ ਨੇ ਭਵਿੱਖ ਵਿੱਚ ਆਪਣੇ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟ ਕਰਦੇ ਹੋਏ ਆਪਣੀ ਰਾਏ ਦੱਸੀ। ਇਸ ਦੌਰਾਨ ਉਹਨਾਂ ਨੇ ਆਪਣੇ ਦੇਸ਼ ਦੀ ਪ੍ਰਭੂਸੱਤਾ ਨੂੰ ਕਾਇਮ ਰੱਖਦੇ ਹੋਏ ਨਾਟੋ ਵਿੱਚ ਸ਼ਾਮਿਲ ਹੋਣ ਦਾ ਐਲਾਨ ਵੀ ਕੀਤਾ ਸੀ। ਉਹਨਾਂ ਮੁਤਾਬਿਕ ਫਿਨਲੈਂਡ ਜੂਨ ਵਿੱਚ ਹੋਣ ਵਾਲੇ ਨਾਟੋ ਸੰਮੇਲਨ ਤੋਂ ਪਹਿਲਾਂ ਹੀ ਇਸ ਦਾ ਫੈਸਲਾ ਲਵੇਗਾ। ਜਾਣਕਾਰੀ ਮੁਤਾਬਿਕ ਫਿਨਲੈਂਡ ਕਦੇ ਸਵੀਡਨ ਦਾ ਹਿੱਸਾ ਸੀ। ਜਿੱਥੋਂ ਤੱਕ ਰੂਸ ਅਤੇ ਫਿਨਲੈਂਡ ਦਾ ਸੰਬੰਧ ਹੈ ਤਾਂ ਦੋਵਾਂ ਵਿਚਾਲੇ ਬਾਲਟਿਕ ਸਾਗਰ ਨੂੰ ਲੈ ਕੇ 1808-1809 ਵਿੱਚ ਲੜਾਈ ਹੋ ਚੁੱਕੀ ਹੈ। ਇਸ ਲੜਾਈ ਦਾ ਅੰਤ ਇੱਕ ਸਮਝੌਤੇ ਨਾਲ ਹੋਇਆ ਸੀ, ਜਿਸ ਤੋਂ ਬਾਅਦ ਸਵੀਡਨ ਦਾ ਲਗਭਗ ਤੀਜਾ ਹਿੱਸਾ ਇਸ ਦੇ ਹੱਥੋਂ ਗੁਆਚ ਗਿਆ। ਇਸ ਸਮਝੌਤੇ ਨੂੰ ਸਵੀਡਨ ਦੇ ਇਤਿਹਾਸ ਦਾ ਸਭ ਤੋਂ ਖਰਾਬ ਸਮਝੌਤਾ ਵੀ ਮੰਨਿਆ ਜਾਂਦਾ ਹੈ। ਫਿਨਲੈਂਡ 1917 ਵਿੱਚ ਰੂਸ ਤੋਂ ਆਜ਼ਾਦ ਹੋਇਆ। ਨਾਟੋ ਦੀ ਹੀ ਗੱਲ ਕਰੀਏ ਤਾਂ ਜੇਕਰ ਫਿਨਲੈਂਡ ਇਸ ਦਾ ਮੈਂਬਰ ਬਣ ਜਾਂਦਾ ਹੈ ਤਾਂ ਸਵੀਡਨ ਵੀ ਇਸੇ ਰਾਹ ਤੇ ਚੱਲੇਗਾ। ਦੀ ਸਵੀਡਿਸ਼ ਡੈਮੋਕ੍ਰੇਟਸ ਦੀ ਨੇਤਾ ਯੇਮੀ ਓਕੇਸਨ ਨੇ ਇਹ ਐਲਾਨ ਕੀਤਾ ਹੈ। ਹੁਣ ਤੱਕ ਇਹ ਪਾਰਟੀ ਨਾਟੋ ਵਿੱਚ ਸ਼ਾਮਿਲ ਹੋਣ ਦਾ ਵਿਰੋਧ ਕਰਦੀ ਰਹੀ ਹੈ। ਓਕੇਸਨ ਦਾ ਕਹਿਣਾ ਹੈ ਕਿ ਯੂਕਰੇਨ ਦੇ ਸੰਕਟ ਨੂੰ ਦੇਖਦੇ ਹੋਏ ਉਹਨਾਂ ਦਾ ਨਜ਼ਰੀਆ ਬਦਲ ਗਿਆ ਹੈ। ਯੂਕਰੇਨ ਫਿਲਹਾਲ ਨਾਟੋ ਦਾ ਮੈਂਬਰ ਨਾ ਹੋਣ ਕਾਰਨ ਇਕੱਲਾ ਰਹਿ ਗਿਆ ਹੈ। ਨਾਈਜੀਰੀਆ ਵਿੱਚ ਪਲੇਟੋ ਸੂਬੇ ਦੇ 12 ਤੋਂ ਜ਼ਿਆਦਾ ਪਿੰਡਾਂ ਵਿੱਚ ਬੰਦੂਕਧਾਰੀਆਂ ਨੇ ਹਮਲਾ ਕਰਕੇ ਘੱਟ ਤੋਂ ਘੱਟ 70 ਲੋਕਾਂ ਦਾ ਕਤਲ ਕਰ ਦਿੱਤਾ ਅਤੇ ਕਈ ਹੋਰਾਂ ਨੂੰ ਅਗਵਾ ਕਰ ਲਿਆ। ਮੀਡੀਆ ਨੇ ਇਹ ਰਿਪੋਰਟ ਦਿੱਤੀ ਹੈ। ਰਿਪੋਰਟ ਮੁਤਾਬਿਕ ਐਤਵਾਰ ਨੂੰ ਹੋਏ ਇਸ ਹਮਲੇ ਦੇ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ 70 ਤੋਂ 90 ਤੱਕ ਹੋ ਸਕਦੀ ਹੈ। ਦੀ ਇੰਡੀਪੈਂਡੈਂਟ ਡੇਲੀ ਨੇ ਸੂਬਾਈ ਪੁਲਿਸ ਦੇ ਬੁਲਾਰੇ ਊਬਾ ਗੈਬਰੀਅਲ ਦੇ ਹਵਾਲੇ ਨਾਲ ਦੱਸਿਆ ਕਿ ਮ੍ਰਿਤਕਾਂ ਦੇ ਅੰਤਿਮ ਅੰਕੜੇ ਦਾ ਅਜੇ ਪਤਾ ਨਹੀਂ ਲੱਗ ਸਕਿਆ। ਰਿਪੋਰਟਾਂ ਮੁਤਾਬਿਕ ਘੱਟ ਤੋਂ ਘੱਟ 70 ਪਿੰਡ ਵਾਸੀਆਂ ਨੂੰ, ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਸ਼ਾਮਿਲ ਨੇ, ਨੂੰ ਅਗਵਾ ਕਰ ਲਿਆ ਗਿਆ ਅਤੇ ਸੈਂਕੜੇ ਘਰਾਂ ਨੂੰ ਢਾਹ ਦਿੱਤਾ ਗਿਆ। ਸੈਂਕੜੇ ਲੋਕ ਆਪਣੇ ਘਰਾਂ ਨੂੰ ਛੱਡ ਕੇ ਜੰਗਲਾਂ ਵਿੱਚ ਦੌੜ ਗਏ ਹਨ। ਐਤਵਾਰ ਨੂੰ ਹੋਏ ਇਸ ਹਮਲੇ ਦੇ ਵਿੱਚ ਬੰਦੂਕਧਾਰੀਆਂ ਨੇ ਕਈ ਘੰਟਿਆਂ ਤੱਕ ਹਫੜਾ ਤਫੜੀ ਮਚਾਈ, ਪਰ ਸੁਰੱਖਿਆ ਬਲਾਂ ਨੇ ਸੋਮਵਾਰ ਨੂੰ ਇਸ ਦੀ ਸੂਚਨਾ ਦਿੱਤੀ ਗਈ। ਅਧਿਕਾਰੀਆਂ ਨੂੰ ਜ਼ਖਮੀਆਂ ਨੂੰ ਪਲੇਟੋ ਸੂਬੇ ਦੀ ਰਾਜਧਾਨੀ ਡੇਂਗੀ ਅਤੇ ਜੋਸ ਦੇ ਹਸਪਤਾਲਾਂ ਵਿੱਚ ਪਹੁੰਚਾਉਣ ਵਿੱਚ ਇੱਕ ਦਿਨ ਲੱਗਾ। ਇਟਲੀ ਦੇ ਜ਼ਿਲ੍ਹਾ ਬਰੇਸ਼ੀਆ ਅਧੀਨ ਆਉਂਦੇ ਕਸਬੇ ਮਨੇਰਬੀਓ ਵਿਖੇ ਸ੍ਰੀ ਗੁਰੂ ਰਵਿਦਾਸ ਟੈਂਪਲ ਮਨੇਰਬੀਓ ਵੱਲੋਂ ਇਨਕਲਾਬ ਦੇ ਮੋਢੀ ਸਮਤਾ ਸਮਾਨਤਾ ਦੀ ਆਵਾਜ਼ ਬੁਲੰਦ ਕਰਨ ਵਾਲੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਦਾ
645ਵਾਂ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਗੁਰੂ ਘਰ ਦੇ ਪ੍ਰਧਾਨ ਅਮਰੀਕ ਲਾਲ ਦੋਲੀਕੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 17 ਅਪ੍ਰੈਲ ਦਿਨ ਐਤਵਾਰ ਨੂੰ ਗੁਰੂ ਘਰ ਦੀ ਨਵੀਂ ਤੇ ਵਿਸ਼ਾਲ ਇਮਾਰਤ ਵਿੱਚ ਇਹ ਪਹਿਲਾ ਜਨਮ ਦਿਹਾੜਾ ਮਨਾਉਣ ਜਾ ਰਹੇ ਹਾਂ, ਜਿਸ ਦੌਰਾਨ ਸ਼੍ਰੀ ਅਖੰਡ ਜਾਪ ਪਾਵਨ ਅੰਮ੍ਰਿਤ ਪਾਣੀ ਦੇ ਭੋਗ ਉਪਰੰਤ ਵਿਸ਼ਾਲ ਦੀਵਾਨ ਸਜਾਏ ਜਾਣਗੇ, ਜਿਸ ਵਿੱਚ ਪ੍ਰਸਿੱਧ ਕੀਰਤਨੀ ਜਥੇ ਅਤੇ ਬੁਲਾਰੇ ਹਿੱਸਾ ਲੈਣਗੇ ਅਤੇ ਸੰਗਤਾਂ ਨੂੰ ਗੁਰੂ ਜੀ ਦੇ ਜੀਵਨ ਸੰਬੰਧੀ ਚਾਨਣਾ ਪਾਉਣਗੇ। ਉਹਨਾਂ ਸੰਗਤਾਂ ਨੂੰ ਹੁਮ-ਹੁਮਾ ਕੇ ਪਹੁੰਚਣ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਬੇਨਤੀ ਕੀਤੀ। ਗੁਰੂ ਕਾ ਲੰਗਰ ਅਟੁੱਟ ਵਰਤਾਇਆ ਜਾਵੇਗਾ। ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਵਿੱਚ ਕੁੜੀਆਂ, ਔਰਤਾਂ ਅਤੇ ਬੱਚਿਆਂ ਨੂੰ ਡਰਾਉਣ ਧਮਕਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਅਜਿਹੇ ਸਮਾਜ ਵਿੱਚ ਨਹੀਂ ਰਹਿਣਾ ਚਾਹੀਦਾ ਜਿੱਥੇ ਔਰਤਾਂ ਦਿਨ ਵਿੱਚ ਵੀ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਡਰਦੀਆਂ ਹੋਣ। ਹਾਈ ਕੋਰਟ ਨੇ ਇੱਕ ਵਿਅਕਤੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਦੇ ਹੋਏ ਇਹ ਟਿੱਪਣੀ ਕੀਤੀ, ਜਿਸ ਨੂੰ ਇੱਥੋਂ ਦੀ ਇੱਕ ਹੇਠਲੀ ਅਦਾਲਤ ਨੇ 21 ਸਾਲਾ ਇੱਕ ਔਰਤ ਦੀ ਹੱਤਿਆ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਲੜਕੀ ਨੇ ਉਸ ਦੇ ਪਿਆਰ ਦੀ ਬੇਨਤੀ ਨੂੰ ਠੁਕਰਾ ਦਿੱਤਾ ਸੀ। ਜਸਟਿਸ ਸਿਧਾਰਥ ਮ੍ਰਿਦੁਲ ਅਤੇ ਜਸਟਿਸ ਰਜਨੀਸ਼ ਭਟਨਾਗਰ ਦੀ ਬੈਂਚ ਨੇ ਜ਼ਮਾਨਤ ਦੀ ਅਰਜ਼ੀ ਖਾਰਜ ਕਰਦੇ ਹੋਏ ਕਿਹਾ, ਅਸੀਂ ਲੋਕ ਅਜਿਹੇ ਸਮਾਜ ਵਿੱਚ ਨਹੀਂ ਰਹਿ ਸਕਦੇ ਅਤੇ ਨਾ ਰਹਾਂਗੇ ਜਿੱਥੇ ਔਰਤ ਨੂੰ ਦਿਨ ਵਿੱਚ ਵੀ ਆਪਣੇ ਘਰ ਤੋਂ ਬਾਹਰ ਜਾਣ ਵਿੱਚ ਡਰ ਲੱਗਦਾ ਹੈ। ਅਸੀਂ ਉਸ ਨੂੰ ਜ਼ਮਾਨਤ ਨਹੀਂ ਦੇਣ ਜਾ ਰਹੇ। ਇਹ ਕਦੇ ਵੀ ਬਰਦਾਸ਼ਤ ਨਹੀਂ। ਦੇਸ਼ ਵਿੱਚ ਕੁੜੀਆਂ, ਔਰਤਾਂ ਅਤੇ ਬੱਚਿਆਂ ਨੂੰ ਧਮਕਾਉਣ ਵਾਲਾ ਕੋਈ ਵੀ ਵਿਅਕਤੀ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਅਸੀਂ ਉਸ ਨੂੰ ਜ਼ਮਾਨਤ ਤੇ ਰਿਹਾ ਕਰਨ ਦੇ ਚਾਹਵਾਨ ਨਹੀਂ ਹਾਂ। ਅਦਾਲਤ ਨੇ ਕਿਹਾ ਕਿ ਹਾਲਾਂਕਿ ਦੋਸ਼ੀ 11 ਸਾਲਾਂ ਤੋਂ ਜੇਲ੍ਹ ਵਿੱਚ ਹੈ, ਇਸ ਲਈ ਉਸ ਦੀ ਸਜ਼ਾ ਅਤੇ ਸਜ਼ਾ ਨੂੰ ਚੁਣੌਤੀ ਦੇਣ ਵਾਲੀ ਉਸ ਦੀ ਅਪੀਲ ਤੇ ਅਦਾਲਤ ਸੁਣਵਾਈ ਕਰੇਗੀ। ਉਸ ਦੇ ਨਾਲ ਹੀ ਅਦਾਲਤ ਨੇ ਮਾਮਲੇ ਨੂੰ 26 ਅਪ੍ਰੈਲ ਤੱਕ ਸੂਚੀਬੱਧ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ BKU ਆਗੂ ਰਾਕੇਸ਼ ਟਕੈਤ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਖੇਤੀ ਛੱਡ ਦੇਣ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਜਾਤੀਆਂ ਅਤੇ ਧਰਮਾਂ 'ਚ ਵੰਡਣ ਨਾ, ਸਗੋਂ ਇੱਕ ਭਾਈਚਾਰੇ ਦੇ ਰੂਪ ਦੇ ਵਿੱਚ ਵੋਟਿੰਗ ਕਰਨ ਤਾਂ ਕਿ ਸਰਕਾਰ ਨੂੰ ਉਹਨਾਂ ਦੇ ਪੱਖ ਵਿੱਚ ਨੀਤੀਆਂ ਬਦਲਣ ਲਈ ਮਜਬੂਰ ਕੀਤਾ ਜਾ ਸਕੇ। ਇੱਕ ਸਮਾਰੋਹ ਵਿੱਚ ਟਕੈਤ ਨੇ ਇੱਕ ਮਜ਼ਬੂਤ ਵਿਰੋਧੀ ਧਿਰ ਤਿਆਰ ਕਰਨ ਦੀ ਅਪੀਲ ਕੀਤੀ। ਟਕੈਤ ਨੇ ਕਿਹਾ, ਕਿਸਾਨਾਂ ਨੂੰ ਇੱਕ ਕਿਸਾਨ ਭਾਈਚਾਰੇ ਦੇ ਰੂਪ ਦੇ ਵਿੱਚ ਵੋਟ ਦੇਣੀ ਚਾਹੀਦੀ ਹੈ। ਉਦੋਂ ਸਰਕਾਰ ਉਹਨਾਂ ਦੇ ਮਹੱਤਵ ਨੂੰ ਸਮਝੇਗੀ ਅਤੇ ਉਹਨਾਂ ਨੂੰ ਫਾਇਦਾ ਪਹੁੰਚਾਉਣ ਵਾਲੇ ਫੈਸਲੇ ਲਵੇਗੀ। ਟਕੈਤ ਨੇ ਬਿਜਲੀ ਦੇ ਸੰਬੰਧ ਵਿੱਚ ਕੇਂਦਰ ਦੀਆਂ ਨੀਤੀਆਂ ਲਈ ਉਸ ਦੀ ਆਲੋਚਨਾ ਕੀਤੀ। ਉਹਨਾਂ ਕਿਹਾ, ਕਈ ਸੂਬੇ ਕਿਸਾਨਾਂ ਨੂੰ ਮੁਫਤ ਬਿਜਲੀ ਦਿੰਦੇ ਨੇ, ਪਰ ਕੇਂਦਰ ਬਿਜਲੀ ਸੋਧ ਬਿੱਲ ਲਿਆਉਣਾ ਚਾਹੁੰਦਾ ਹੈ ਜਿਸ ਵਿੱਚ ਪ੍ਰਬੰਧ ਹੈ ਕਿ 2 ਮਵੇਸ਼ੀਆਂ ਵਾਲੇ ਛੋਟੇ ਕਿਸਾਨ ਨੂੰ ਵੀ ਵਪਾਰਕ ਖਪਤਕਾਰ ਕਨੈਕਸ਼ਨ ਲੈਣਾ ਪਵੇਗਾ। ਕੀ ਕਿਸਾਨ ਵਪਾਰਕ ਕਨੈਕਸ਼ਨ ਲੈ ਕੇ ਜਿਉਂਦੇ ਰਹਿ ਸਕਦੇ ਨੇ? ਉਹਨਾਂ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਖੇਤੀ ਕਰਨਾ ਛੱਡ ਦੇਣ। ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਪਿੰਡ ਹਾਂਡਵਾ 'ਚ ਐਤਵਾਰ ਦੇਰ ਰਾਤ ਸਾਬਕਾ ਸਰਪੰਚ ਦੇ ਘਰੋਂ 8 ਕਰੋੜ 42 ਲੱਖ 60 ਹਜ਼ਾਰ ਰੁਪਏ ਦੇ ਪੁਰਾਣੇ ਜਾਲੀ ਨੋਟ ਬਰਾਮਦ ਕੀਤੇ ਗਏ ਨੇ ਅਤੇ ਇਸ ਸਬੰਧ ਵਿੱਚ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਨੋਟਾਂ ਦਾ ਸੌਦਾ 25% ਤੇ ਕੀਤਾ ਗਿਆ ਸੀ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਰਹਿਣ ਵਾਲੇ ਸੁਨੀਲ ਨਾਂ ਦੇ ਵਿਅਕਤੀ ਨੇ ਸਾਬਕਾ ਸਰਪੰਚ ਦੇ ਬੇਟੇ ਸੰਜੇ ਨੂੰ 20 ਕਰੋੜ ਰੁਪਏ ਦੇ ਪੁਰਾਣੇ ਨਕਲੀ ਨੋਟ ਸਪਲਾਈ ਕਰਨ ਦਾ ਆਰਡਰ ਦਿੱਤਾ ਸੀ, ਜਿਸ ਵਿੱਚ ਕਰੀਬ 8.50 ਕਰੋੜ ਰੁਪਏ ਦੇ ਨਕਲੀ ਨੋਟ ਛਾਪੇ ਗਏ ਸਨ ਅਤੇ ਪੁਲਿਸ ਨੇ ਨਕਲੀ ਪੁਰਾਣੇ ਨੋਟਾਂ ਨੂੰ ਲੈਣ ਤੋਂ ਪਹਿਲਾਂ ਜ਼ਬਤ ਕਰ ਲਿਆ। ਉਹਨਾਂ ਦੱਸਿਆ ਕਿ ਪੁਲਿਸ ਨੇ ਮੌਕੇ ਤੇ ਸੰਜੇ ਵਾਸੀ ਪਿੰਡ ਹਾਡਵਾ, ਹਰਦੀਪ ਵਾਸੀ ਪਿੰਡ ਜੈ ਸਿੰਘਪੁਰਾ, ਅਸੰਦ ਵਾਸੀ ਭਾਰਤ ਭੂਸ਼ਣ ਅਤੇ ਪਿੰਡ ਡੁਡਾਣਾ ਵਾਸੀ ਮੁਸਕੀਨ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਦੱਸਿਆ ਕਿ ਇਹਨਾਂ ਨੋਟਾਂ ਦੇ ਬਦਲੇ 25% ਦੀ ਰਕਮ ਦੇ ਨਵੇਂ ਨੋਟ ਮਿਲਣੇ ਸਨ। ਉਹਨਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਬਰਾਮਦ ਕੀਤੇ ਗਏ ਪੁਰਾਣੇ ਨਕਲੀ ਨੋਟ ਕਲਰ ਪ੍ਰਿੰਟ ਨੇ ਅਤੇ ਇਸ ਨੂੰ ਗਿਣਨ ਵਿੱਚ ਪੁਲਿਸ ਨੂੰ 7.5 ਘੰਟੇ ਲੱਗੇ। ਉਹਨਾਂ ਦੱਸਿਆ ਕਿ ਇਸ ਲਈ 2 ਨੋਟ ਗਿਣਨ ਵਾਲੀਆਂ ਮਸ਼ੀਨਾਂ ਦੀ ਵਰਤੋਂ ਕੀਤੀ ਗਈ ਸੀ। ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ 4 ਲੋਕਾਂ ਸਮੇਤ 5 ਖਿਲਾਫ ਧੋਖਾਧੜੀ, ਭਾਰਤੀ ਕਰੰਸੀ ਦੇ ਚਿੰਨ੍ਹ ਦੀ ਦੁਰਵਰਤੋਂ ਕਰਨ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ 4 ਮੁਲਜ਼ਮਾਂ ਨੂੰ 2 ਦਿਨ ਦੀ ਰਿਮਾਂਡ ਤੇ ਪੁਲਿਸ ਹਵਾਲੇ ਕਰ ਦਿੱਤਾ ਹੈ। ਉਹਨਾਂ ਨੇ ਦੱਸਿਆ ਕਿ ਹਾਡਵਾ ਪਿੰਡ ਦੇ ਰਹਿਣ ਵਾਲੇ ਸੰਜੇ ਨੇ ਕਲਰ ਪ੍ਰਿੰਟਰ ਦੀ ਮਦਦ ਨਾਲ ਇਹ ਨੋਟ ਘਰ ਵਿੱਚ ਛਾਪੇ ਸਨ। ਉਸ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਐਤਵਾਰ ਸ਼ਾਮ ਨੂੰ ਛਾਪੇਮਾਰੀ ਕੀਤੀ ਤਾਂ ਪ੍ਰਿੰਟਡ ਕਲਰ ਨਕਲੀ ਕਰੰਸੀ ਨੂੰ ਬੋਰੀਆਂ ਵਿੱਚ ਪਾ ਕੇ ਪਾਣੀਪਤ ਲੈ ਜਾਣ ਦੀ ਤਿਆਰੀ ਕੀਤੀ ਜਾ ਰਹੀ ਸੀ। ਉਹਨਾਂ ਦੱਸਿਆ ਕਿ ਪੁਲਿਸ ਨੇ ਸੰਜੇ ਦੇ ਘਰੋਂ 8 ਕਰੋੜ 42 ਲੱਖ 60 ਹਜ਼ਾਰ ਰੁਪਏ ਦੀ ਨਕਲੀ ਪ੍ਰਿੰਟਡ ਪੁਰਾਣੀ ਕਰੰਸੀ ਬਰਾਮਦ ਕੀਤੀ ਹੈ, ਜਿਸ ਵਿੱਚ 7 ਕਰੋੜ 99 ਲੱਖ 75 ਹਜ਼ਾਰ ਰੁਪਏ ਦੇ 1-1 ਹਜ਼ਾਰ ਦੇ ਨੋਟ ਸਨ, ਜਦਕਿ 42 ਲੱਖ 85 ਹਜ਼ਾਰ ਰੁਪਏ ਦੇ 5-500 ਦੇ ਨੋਟ ਸਨ।
ਪੁਲਿਸ ਨੇ ਦੱਸਿਆ ਕਿ ਨਵੰਬਰ ਤੋਂ ਸੰਜੇ ਕਲਰ ਪ੍ਰਿੰਟਰ ਦੀ ਮਦਦ ਨਾਲ ਪੁਰਾਣੀ ਜਾਲੀ ਕਰੰਸੀ ਤਿਆਰ ਕਰਨ ਵਿੱਚ ਲੱਗਾ ਹੋਇਆ ਸੀ। ਅਸੰਧ ਵਿੱਚ ਪੈਟਰੋਲ ਪੰਪ ਚਲਾਉਣ ਵਾਲਾ ਭਾਰਤ ਭੂਸ਼ਣ ਦੋਸ਼ੀ ਸੰਜੇ ਦੇ ਸੰਪਰਕ ਵਿੱਚ ਸੀ ਅਤੇ ਉਸਨੇ ਪਾਣੀਪਤ ਦੇ ਰਹਿਣ ਵਾਲੇ ਸੁਨੀਲ ਨਾਲ 25% ਦੀ ਦਰ ਨਾਲ ਨਕਲੀ ਪੁਰਾਣੇ ਨੋਟਾਂ ਨੂੰ ਨਵੀਂ ਕਰੰਸੀ ਵਿੱਚ ਬਦਲਣ ਲਈ ਸਮਝੌਤਾ ਕੀਤਾ ਸੀ। ਉਸਨੇ ਦੱਸਿਆ ਕਿ ਹਰਦੀਪ ਅਤੇ ਮਸਕੀਨ ਦੋਵੇਂ ਭਾਰਤ ਭੂਸ਼ਣ ਦੇ ਪੈਟਰੋਲ ਪੰਪ ਤੇ ਸੇਲਜ਼ਮੈਨ ਨੇ। ਮੁਲਜ਼ਮ ਸੁਨੀਲ ਨੇ ਪੁਰਾਣੀ ਜਾਲੀ ਕਰੰਸੀ ਨੂੰ ਨਵੀਂ ਕਰੰਸੀ ਵਿੱਚ ਬਦਲਣ ਲਈ ਕਿਸੇ ਧਿਰ ਨਾਲ ਸਮਝੌਤਾ ਕੀਤਾ। ਪੁਲਿਸ ਨੇ ਦੱਸਿਆ ਕਿ ਸੰਜੇ ਦੀ ਮਾਂ ਸਾਲ 2005 ਵਿੱਚ ਪਿੰਡ ਦੀ ਸਰਪੰਚ ਰਹੀ ਸੀ, ਜਦਕਿ ਸੰਜੇ ਪਸ਼ੂਆਂ ਦਾ ਕਾਰੋਬਾਰ ਕਰਦਾ ਸੀ। ਇਸ ਦੇ ਨਾਲ ਹੀ ਸੰਜੇ ਤੇ ਕਰਜ਼ਾ ਵੀ ਸੀ, ਜਿਸ ਤੋਂ ਬਾਅਦ ਉਸਨੇ ਨਕਲੀ ਰੰਗ ਦੀ ਪ੍ਰਿੰਟਿੰਗ ਪੁਰਾਣੀ ਕਰੰਸੀ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ ਜੀ।